ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ, ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲਬਿਆਨੀ ਕਰਨੀ ਬਣਦੀ ਹੈ। ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਵਿਜ਼ੀਬਿਲਟੀ ਹੈ ਜਿਹੜੀ ਉਹ 10 ਮੀਟਰ ਤੱਕ ਵੀ ਨਹੀਂ ਰਹੀ। ਇੰਨੀ ਕੁ ਧੁੰਦ ਸਵੇਰ ਦੇ ਵੇਲੇ ਰਾਤ ਦੇ ਵੇਲੇ ਪੈਂਦੀ ਹੈ ਵੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ। ਜਨ ਜੀਵਨ ਬੁਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਪਿਆ। ਰੇਲ ਗੱਡੀਆਂ ਲੇਟ ਹੋ ਰਹੀਆਂ ਜਾਂ ਕੈਂਸਲ ਹੋ ਰਹੀਆਂ। ਲੰਘੇ ਕੱਲ੍ਹ ਜਾਣਕਾਰੀ ਇਹ ਪ੍ਰਾਪਤ ਹੋਈ ਕਿ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਬਹੁਤ ਸਾਰੀਆਂ ਫਲਾਈਟਸ ਆ ਜਿਹੜੀਆਂ ਉਹ ਰੱਦ ਕਰਨੀਆਂ ਪਈਆਂ। ਉਹਦਾ ਕਾਰਨ ਇਹ ਆ ਵੀ ਧੁੰਦ ਦੇ ਕਰਕੇ ਦਿਸਦਾ ਹੀ ਕੁਝ ਨਹੀਂ ਗਾ, ਕੋਈ ਹਾਦਸਾ ਨਾ ਵਾਪਰੇ, ਇਸ ਕਰਕੇ ਰੱਦ ਕਰਨੀਆਂ ਪੈ ਰਹੀਆਂ। ਆਲੇ ਦੁਆਲੇ ਦੇ ਬਾਕੀ ਖੇਤਰਾਂ ਤੋਂ ਵੀ ਇਹੋ ਜਿਹੀਆਂ ਖਬਰਾਂ ਪ੍ਰਾਪਤ ਹੋ ਰਹੀਆਂ। ਪੂਰਾ ਦਿਨ ਸੂਰਜ ਦੀ ਟਿੱਕੀ ਦੇ ਦਰਸ਼ਨ ਨਾ ਹੋਣ ਕਰਕੇ ਤੇ ਪਾਲੇ ਦੇ ਵਿੱਚ ਲੋਕ ਠੁਰ 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 ਕਰਦੇ ਆ। ਮੈਂ ਕਦੇ ਕਦੇ ਸੋਚਦਾ ਹੁੰਦਾ ਵੀ ਵਿਦੇਸ਼ਾਂ ਦੇ ਨਾਲ ਜੇਕਰ ਤੁਲਨਾ ਕਰੀਏ ਤਾਂ, ਕਿਉਂਕਿ ਬਾਹਰਲੇ ਮੁਲਕਾਂ ਦੇ ਵਿੱਚੋਂ ਕਈ ਥਾਵਾਂ ਦੇ ਉੱਤੇ ਸਨੋ ਬਹੁਤ ਪੈਂਦੀ ਹੈ, ਪਰ ਬਾਹਰ ਸਨੋ ਪੈ ਰਹੀ ਹੁੰਦੀ ਆ। ਬਾਹਰ ਭਾਵੇਂ ਬਰਫ਼ ਦਾ ਢੇਰ ਬਣ ਜੇ, ਪਰ ਅੰਦਰ ਬੰਦਾ ਭਾਵੇਂ ਬਨੈਣ ਪਾ ਕੇ ਫਿਰਦਾ ਹੋਵੇ, ਕਿਉਂਕਿ ਉੱਥੇ ਹੀਟ ਚੱਲਦੀ ਹੁੰਦੀ ਆ। ਭਾਰਤ ਦੇ ਵਿੱਚ ਇਹੋ ਜਿਹਾ ਪ੍ਰਬੰਧ ਨਹੀਂ ਆ, ਕਿਉਂਕਿ ਇੱਥੇ ਕੰਧਾਂ ਬਾਹਰਲੇ ਮੌਸਮ ਤੋਂ ਵੀ ਵੱਧ ਠੰਡੀਆਂ ਹੁੰਦੀਆਂ। ਇਸ ਕਰਕੇ ਲੋਕ ਆ ਜਿਹੜੇ ਇਸ ਵਕਤ ਬੜੇ ਆਵਾਜ਼ਾਰ ਆ। ਇਸ ਠੰਡ ਦੇ ਕਰਕੇ ਲੋਕ ਬੜੇ ਜਨ ਜੀਵਨ ਪ੍ਰਭਾਵਿਤ ਹੋਣ ਕਰਕੇ ਜਿਹੜੇ ਦਿਹਾੜੀ ਦੱਪੇ ਵਾਲੇ ਸਾਥੀ ਆ ਉਹ ਵੀ ਇਸ ਵਕਤ ਆਵਾਜ਼ਾਰ ਹੈਗੇ ਆ। ਪਰ ਇਹ ਠੰਡ ਹੋਰ ਵਧਣੀ ਆ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ। ਪੰਜਾਬ ਦੇ ਵਿੱਚ ਮੀਂਹ ਕਣੀ ਦੀ ਉਹਦਾ ਕੋਈ ਸੰਭਾਵਨਾ ਨਹੀਂ, ਪਰ ਜੇਕਰ ਆਪਾਂ ਰਾਤ ਦੇ ਵੇਲੇ ਦੇਖੀਏ ਤਾਂ ਤਰੇਲ ਹੀ ਮੀਂਹ ਵਰਗੀ ਹੁੰਦੀ ਹੈ। ਸਵੇਰ ਦੇ ਵੇਲੇ ਕਿਸੇ ਚੀਜ਼ ਨੂੰ ਹੱਥ ਲੱਗੇ ਤਾਂ ਤਰੇਲ ਦੇ ਕਰਕੇ ਉਹ ਮੀਂਹ ਦੇ ਵਿੱਚ ਭਿੱਜੀ ਹੋਈ ਲੱਗਦੀ ਹੈ। ਸੋ ਠੰਡ ਤੋਂ ਬਚ ਕੇ ਰਹੋ, ਆਪਣੀ ਤੇ ਆਪਣੇ ਦੀ ਜ਼ਿੰਦਗੀ ਦਾ ਖਿਆਲ ਰੱਖੋ ਤੇ ਖਾਸ ਕਰਕੇ ਸੜਕੀ ਹਾਦਸੇ ਨਾ ਵਾਪਰਨ। ਇਹਦੇ ਲਈ ਸਾਨੂੰ ਵੱਧ ਸੂਝਵਾਨ, ਇਹਦੇ ਲਈ ਸਾਨੂੰ ਵੱਧ ਫਿਕਰਮੰਦ, ਇਹਦੇ ਲਈ ਸਾਨੂੰ ਵੱਧ ਜਾਗਰੂਕ ਹੋਣਾ ਪਊਗਾ। ਕਿਉਂਕਿ ਜੇਕਰ ਅਸੀਂ ਇਸ ਧੁੰਦ ਦੇ ਵਿੱਚ ਗੱਡੀ ਅਣਗਹਿਲੀ ਨਾਲ ਚਲਾਵਾਂਗੇ ਤਾਂ ਹਾਦਸਾ ਵਾਪਰਨਾ ਕੁਦਰਤੀ ਆ। ਇਹ ਗੱਲ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਪਹਿਲੀ ਜਿਹੜੀ ਵੱਡੀ ਖਬਰ ਹੈ ਉਹ ਹੈਗੀ ਆ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਕੀਤੇ ਗਏ ਗੱਠਜੋੜ ਦੇ ਨਾਲ ਜੁੜੀ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਜਿਸ ਦਿਨ ਪਾਰਟੀ ਬਣਾਈ ਜਾਂ ਜਦੋਂ ਨਹੀਂ ਵੀ ਸੀ ਬਣਾਈ, ਉਹ ਇੱਕੋ ਗੱਲ ਕਹਿੰਦੇ ਸੀ ਵੀ ਐਤਕੀ ਬੀਜੇਪੀ ਦੇ ਨਾਲ ਮਿਲ ਕੇ ਚੋਣਾਂ ਲੜਾਂਗੇ। ਫਿਰ ਉਹਨਾਂ ਨੇ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਲਈ ਤੇ ਲੰਘੇ ਕੱਲ੍ਹ ਉਹਨਾਂ ਨੇ ਰਸਮੀ ਤੌਰ ਦੇ ਉੱਤੇ ਗੱਠਜੋੜ ਦਾ ਐਲਾਨ ਵੀ ਕਰਤਾ। ਬੀਜੇਪੀ ਨੇ ਵੀ ਐਲਾਨ ਕਰਤਾ ਕਿ ਸਾਡਾ ਗੱਠਜੋੜ ਹੋਊਗਾ ਇਹਨਾਂ ਦੇ ਨਾਲ, ਤੇ ਕੈਪਟਨ ਅਮਰਿੰਦਰ ਸਿੰਘ ਨੇ ਪਹਿਲਾਂ ਹੀ ਕੀਤਾ ਹੋਇਆ। ਕਹਿਣ ਦਾ ਭਾਵ ਇਹ ਹੈ ਜੀ ਕਿ ਹੁਣ ਮਿਲ ਕੇ ਚੋਣ ਲੜੀ ਜਾਊਗੀ। ਪਰ ਇਸ ਵਕਤ ਬੀਜੇਪੀ ਇਹ ਚਾਹੁੰਦੀ ਹੈ ਕਿ ਅਸੀਂ ਵੱਧ ਸੀਟਾਂ ਦੇ ਉੱਤੇ ਚੋਣ ਲੜੀਏ। ਲਗਭਗ 70 ਸੀਟਾਂ ਦੇ ਉੱਤੇ ਬੀਜੇਪੀ ਚੋਣ ਲੜਨ ਦੀ ਚਾਹਵਾਨ ਆ ਤੇ ਬਾਕੀ ਸੀਟਾਂ ਕੈਪਟਨ ਅਮਰਿੰਦਰ ਸਿੰਘ ਦੇ ਹਿੱਸੇ ਦੇ ਵਿੱਚ ਆ ਸਕਦੀਆਂ। ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਵਾਲੇ ਹਿੱਸੇ ਦੀਆਂ ਸੀਟਾਂ ਦੇ ਵਿੱਚੋਂ ਕਈ ਸੀਟਾਂ ਢੀਂਡਸਾ ਗਰੁੱਪ ਦੇ ਹਿੱਸੇ ਦੇ ਵਿੱਚ ਵੀ ਜਾ ਸਕਦੀਆਂ, ਜੇਕਰ ਉਹਨਾਂ ਦੇ ਨਾਲ ਵੀ ਸਹਿਮਤੀ ਬਣ ਜਾਂਦੀ ਹੈ ਮਿਲ ਕੇ ਚੋਣਾਂ ਲੜਨ ਦੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪੱਥਰ ਤੇ ਲਕੀਰ ਵਰਗੀ ਗੱਲ ਕਹੀ ਹੈ। ਉਹ ਕਹਿੰਦੇ 100% ਸਾਡੀ ਹੀ ਸਰਕਾਰ ਬਣੂਗੀ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦਾ ਬਹੁਤ ਕੁਝ ਸੰਵਾਰਾਂਗੇ। ਇਹਦੇ ਵਿੱਚ ਕੁਝ ਦੱਸਣ ਤੇ ਪੁੱਛਣ ਦੀ ਲੋੜ ਨਹੀਂ ਕਿ ਪੰਜਾਬ ਦਾ ਅਤੀਤ ਦੇ ਵਿੱਚ ਕੀ ਕੁਝ ਸੰਵਾਰਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਕਿੰਨੇ ਕੁ ਕੰਮ ਕੀਤੇ, ਕਿੰਨੇ ਕੁ ਲੋਕਾਂ ਨੂੰ ਉਹ ਆਮ ਤੌਰ ਦੇ ਉੱਤੇ ਮਿਲਦੇ ਹੁੰਦੇ ਸੀ। ਸੋ ਇਸ ਵਕਤ ਕੈਪਟਨ ਅਮਰਿੰਦਰ ਸਿੰਘ ਦਾ ਸਹਾਰਾ ਬੀਜੇਪੀ ਦਾ ਸਹਾਰਾ ਪੇਂਡੂ ਖੇਤਰ ਦੇ ਵਿੱਚ, ਦਿਹਾਤੀ ਖੇਤਰ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ, ਤੇ ਦੋਵੇਂ ਇੱਕ ਦੂਜੇ ਦਾ ਬੇੜਾ ਬੰਨੇ ਕਿੰਨਾ ਕੁ ਲਾਉਂਦੇ ਆ ਇਹ ਵਕਤ ਨੇ ਬਿਆਨ ਕਰਨਾ। ਪਰ ਕੱਲ੍ਹ ਕੈਪਟਨ ਨੇ ਫਿਰ ਇਹ ਗੱਲ ਕਹੀ ਹੈ, ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸੀ ਆਗੂ ਮੇਰੇ ਨਾਲ ਆਉਣ ਨੂੰ ਤਿਆਰ ਬਰ ਤਿਆਰ ਬੈਠੇ ਆ, ਪਰ ਉਹ ਇਸ ਕਰਕੇ ਨਹੀਂ ਆਏ ਕਿਉਂਕਿ ਚੋਣ ਜ਼ਾਬਤਾ ਹਾਲੇ ਨਹੀਂ ਲੱਗਾ। ਮੈਂ ਹੀ ਉਹਨਾਂ ਨੂੰ ਰੋਕਿਆ ਹੋਇਆ। ਜਿਸ ਦਿਨ ਚੋਣ ਜ਼ਾਬਤਾ ਲੱਗ ਗਿਆ, ਜਿਵੇਂ ਬੇਰੀ ਤੋਂ ਬੇਰ ਡਿੱਗਦੇ ਹੁੰਦੇ ਝੋਲੀ 'ਚ ਡਿੱਗਦੇ ਆ, ਉਸ ਤਰੀਕੇ ਦੇ ਨਾਲ ਆਉਣਗੇ ਆਗੂ ਤੇ ਅਸੀਂ ਸਾਰੇ ਆਗੂਆਂ ਦਾ ਸਵਾਗਤ ਕਰਾਂਗੇ। ਭਰੋਸੇਯੋਗ ਸੂਤਰ ਇਹ ਵੀ ਗੱਲ ਦੱਸਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਸਾਹਾਂ ਦੇ ਸਾਥੀਆਂ ਦੇ ਵਿੱਚੋਂ ਇੱਕ ਰਾਣਾ ਸੋਢੀ ਨੇ ਜਿਹੜੇ, ਉਹ ਵੀ ਸ਼ਾਇਦ ਨਾਲ ਗਲਵੱਕੜੀ ਪਾ ਲੈਣ, ਕਿਉਂਕਿ ਅੰਦਰ ਖਾਤੇ ਖਬਰਾਂ ਪ੍ਰਾਪਤ ਹੋ ਰਹੀਆਂ ਵੀ ਬੇਸ਼ੱਕ ਚਰਨਜੀਤ ਸਿੰਘ ਚੰਨੀ ਹੋਰਾਂ ਦੇ ਵੱਲੋਂ ਉਹਨਾਂ ਨੂੰ ਪਤਿਆਉਣ ਦੇ ਲਈ, ਉਹਨਾਂ ਨੂੰ ਮਨਾਉਣ ਦੇ ਲਈ, ਉਹਨਾਂ ਨੂੰ ਆਪਣੇ ਹੱਥ ਦੇ ਵਿੱਚ ਰੱਖਣ ਦੇ ਲਈ ਕੁਝ ਕੁ ਸਮਾਂ ਪਹਿਲਾਂ ਉਹਨਾਂ ਦੇ ਹਲਕੇ ਦੇ ਵਿੱਚ ਜਾ ਕੇ ਰੈਲੀ ਕਰਕੇ ਤੇ ਇਹ ਗੱਲ ਕਹੀ ਸੀ ਵੀ ਸੋਢੀ ਸਾਹਿਬ ਤੁਹਾਡੇ ਅੱਗੇ ਥਾਣ ਸੁੱਟਿਆ, ਜੋ ਮਰਜ਼ੀ ਸਮਾ ਕੇ ਪਾ ਲਓ। ਪਰ ਕਹਿੰਦੇ ਆ ਕਿ ਉਹਨਾਂ ਦੀ ਨੇੜਤਾ ਜਿੰਨੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਆ, ਉਨੀ ਕਿਸੇ ਹੋਰ ਦੇ ਨਾਲ ਨਹੀਂ, ਤੇ ਉਹ ਇਧਰਲੇ ਪਾਸੇ ਹੀ ਆਉਣ ਦੀ ਸੰਭਾਵਨਾ। ਸੋ ਵਕਤ ਬਿਆਨ ਕਰੂਗਾ ਕੀ ਬਣਦਾ। ਪਰ ਲੰਘੇ ਕੱਲ੍ਹ ਪੰਜਾਬ ਲੋਕ ਕਾਂਗਰਸ ਦੇ ਵਿੱਚ 22 ਦੇ ਕਰੀਬ ਪਟਿਆਲੇ ਦੇ ਕੌਂਸਲਰ ਆ ਜਿਹੜੇ ਉਹ ਸ਼ਾਮਲ ਹੋ ਗਏ ਆ। ਕਹਿਣ ਦਾ ਭਾਵ ਇਹ ਆ ਕਿ ਭਾਵੇਂ ਪਟਿਆਲੇ ਦੀ ਗੱਲ ਕਰੀਏ, ਭਾਵੇਂ ਕਿਸੇ ਹੋਰ ਖੇਤਰ ਦੀ ਗੱਲ ਕਰੀਏ, ਕੈਪਟਨ ਅਮਰਿੰਦਰ ਸਿੰਘ ਤੇ ਉਹਨਾਂ ਦੇ ਸਾਥੀ ਆ ਜਿਹੜੇ ਉਹ ਤੋੜ ਭੰਨ ਕਰਨ ਦੀ ਇਸ ਵਕਤ ਪੂਰੀ ਕੋਸ਼ਿਸ਼ ਕਰ ਰਹੇ ਆ। ਤੇ ਇਸ ਭੱਜ ਟੁੱਟ ਦੇ ਵਿੱਚੋਂ ਪੰਜਾਬ ਦੀ ਰਾਜਨੀਤੀ ਦੇ ਵਿੱਚੋਂ ਕੀ ਨਿਕਲੂ ਤੇ ਜੋ ਨਿਕਲੂ ਉਹ ਪੰਜਾਬ ਦੇ ਲੋਕਾਂ ਦੇ ਪੱਖ ਦੇ ਵਿੱਚ, ਹੱਕ ਦੇ ਵਿੱਚ ਕਿੰਨਾ ਕੁ ਹੋਊ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਤੇ ਫਿਰ ਕਰਾਂਗੇ ਟਿੱਪਣੀ।
ਪੰਜਾਬ ਦੇ ਵਿੱਚ ਚੋਣ ਗੱਠਜੋੜ ਦੇ ਲਈ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਭਾਜਪਾ ਦੇ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੇ ਨਾਲ ਮੁਲਾਕਾਤ ਹੋਈ ਹੈ। ਇਸ ਤੋਂ ਬਾਅਦ ਸ਼ੇਖਾਵਤ ਨੇ ਕਿਹਾ ਕਿ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਪਹਿਲਾਂ ਹੀ ਸੰਕੇਤ ਦੇ ਚੁੱਕੀ ਹੈ ਕਿ ਅਸੀਂ ਮਿਲ ਕੇ ਚੋਣਾਂ ਲੜਨ ਵਾਲੇ ਹਾਂ। ਕੈਪਟਨ ਅਮਰਿੰਦਰ ਸਿੰਘ ਦਾ ਲੰਮਾ ਸਿਆਸੀ ਤਜਰਬਾ ਹੈ, ਉਹ ਪੰਜਾਬ ਦੀ ਜਨਤਾ ਦੇ ਹਿੱਤਾਂ ਨੂੰ ਜਾਣਦੇ ਨੇ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ 101% ਚੋਣਾਂ ਜਿੱਤਣ ਜਾ ਰਹੇ ਹਾਂ। ਜਿੱਤਣ ਦੀ ਸਮਰੱਥਾ ਦੇ ਆਧਾਰ ਦੇ ਉੱਤੇ ਸੀਟਾਂ ਦੀ ਵੰਡ ਹੋਵੇਗੀ। ਇਹਦੇ ਵਿੱਚ ਜਿਹੜੀ ਪਾਰਟੀ ਦਾ ਉਮੀਦਵਾਰ ਜਿੱਥੋਂ ਵੀ ਜਿੱਤਣ ਦੀ ਸਮਰੱਥਾ ਰੱਖੇਗਾ ਉਸ ਨੂੰ ਬਾਕੀ ਦਲ ਸਪੋਰਟ ਕਰਨਗੇ। ਉਹਨਾਂ ਕਿਹਾ ਕਿ ਸੀਟਾਂ ਦੇ ਹਿਸਾਬ ਨਾਲ ਗੱਠਜੋੜ ਦੀ ਗੱਲਬਾਤ ਹੋਏਗੀ। ਸ਼ੇਖਾਵਤ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਾਲ ਵੀ ਮੁਲਾਕਾਤ ਕਰਨਗੇ। ਕੈਪਟਨ ਅਮਰਿੰਦਰ ਸਿੰਘ ਇਸ ਵਾਰ ਪੰਜਾਬ ਲੋਕ ਕਾਂਗਰਸ ਪਾਰਟੀ ਬਣਾ ਕੇ ਚੋਣ ਲੜ ਰਹੇ ਨੇ। ਕਾਂਗਰਸ ਦੇ ਸੀਐਮ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਿਆਸੀ ਵਜੂਦ ਨੂੰ ਬਚਾਉਣ ਦੇ ਲਈ ਇਹ ਉਹਨਾਂ ਦੇ ਲਈ ਬਹੁਤ ਅਹਿਮੀਅਤ ਵਾਲੀ ਚੋਣ ਹੈ। ਭਾਜਪਾ ਵੀ ਇਸ ਵਾਰ ਅਕਾਲੀ ਦਲ ਤੋਂ ਅੱਡ ਹੋ ਕੇ ਚੋਣ ਲੜ ਰਹੀ ਹੈ। ਪੰਜਾਬ ਦੇ ਵਿੱਚ 117 ਸੀਟਾਂ ਨੇ ਕੁੱਲ ਵਿਧਾਨ ਸਭਾ ਦੀਆਂ। ਇਹਦੇ ਵਿੱਚ 83 ਸੀਟਾਂ ਜਨਰਲ ਨੇ ਤੇ 34 ਸੀਟਾਂ ਐਸਸੀ ਲਈ ਰਿਜ਼ਰਵ ਨੇ। ਭਾਜਪਾ ਇਸ ਵਾਰ ਵੱਧ ਸੀਟਾਂ ਤੋਂ ਚੋਣ ਲੜੇਗੀ। ਇਹ ਸੀਟਾਂ ਕਿੰਨੀਆਂ ਹੋਣਗੀਆਂ ਇਹਦੇ ਉੱਤੇ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਲੀਡਰਸ਼ਿਪ ਦੇ ਵਿੱਚ ਗੱਲ ਹੋਣੀ ਬਾਕੀ ਹੈ, ਪਰ ਅੰਦਾਜ਼ੇ ਇਸ ਗੱਲ ਦੇ ਨੇ ਕਿ 70 ਸੀਟਾਂ ਦੇ ਉੱਤੇ ਬੀਜੇਪੀ ਚੋਣ ਲੜਨ ਦੇ ਲਈ ਤਿਆਰੀ ਕਰ ਰਹੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਪੰਜਾਬ ਦੇ ਵਿੱਚ ਐਤਕੀ ਰਾਜਨੀਤਿਕ ਦ੍ਰਿਸ਼ ਆਖਰੀ ਦਿਨ ਤੱਕ, ਚੋਣਾਂ ਦੇ ਆਖਰੀ ਦਿਨ ਤੱਕ ਧੁੰਦਲਾ ਰਹਿਣ ਦੀ ਆਸ ਹੈ। ਆਮ ਤੌਰ ਦੇ ਉੱਤੇ ਅਸੀਂ ਕਹਿ ਦਿੰਦੇ ਹਾਂ ਕਿ ਜਦੋਂ ਚੋਣ ਜ਼ਾਬਤਾ ਲੱਗ ਗਿਆ ਉਦੋਂ ਬਹੁਤ ਕੁਝ ਹੋਊਗਾ, ਫਿਰ ਤਸਵੀਰ ਸਾਫ਼ ਹੋ ਜਾਊਗੀ, ਪਰ ਐਤਕੀ ਇਹ ਤਸਵੀਰ ਸਾਫ਼ ਹੋਣ ਦੀ ਇੱਕ ਪੈਸਾ ਵੀ ਆਸ ਨਹੀਂ ਹੈ। ਉਹਦਾ ਕਾਰਨ ਇਹ ਹੈ ਵੀ ਐਤਕੀ ਜੋ ਕੁਝ ਦਬੜੂ ਕੁਸੜੂ ਚੱਲ ਰਿਹਾ, ਜਿਸ ਤਰੀਕੇ ਦੀ ਭੱਜ ਟੁੱਟ ਚੱਲ ਰਹੀ ਹੈ, ਜਿਸ ਤਰੀਕੇ ਦੀ ਹਾਲੇ ਭੱਜ ਟੁੱਟ ਹੋਣੀ ਬਾਕੀ ਹੈ ਤੇ ਅੰਤਲੇ ਦੌਰ ਤੱਕ ਜੋ ਕੁਝ ਹੋਣਾ ਉਹਦੇ ਬਾਬਤ ਹਾਲੇ ਤੱਕ ਕੋਈ ਵੀ ਨਹੀਂ ਜਾਣਦਾ। ਇੱਕ ਪਾਰਟੀ ਦੇ ਲੋਕ ਦੂਜੀ ਪਾਰਟੀ ਦੇ ਲੋਕਾਂ ਬਾਰੇ ਕੁਝ ਨਹੀਂ ਜਾਣਦੇ, ਇਹਨਾਂ ਦੋਵਾਂ ਦੇ ਬਾਰੇ ਤੀਜੀ ਪਾਰਟੀ ਦੇ ਲੋਕ ਕੁਝ ਨਹੀਂ ਜਾਣਦੇ ਤੇ ਜਿਹੜੀ ਨਵੀਂ ਪਾਰਟੀ ਖੜੀ ਹੋਊਗੀ ਉਹਦੇ ਬਾਬਤ ਕੋਈ ਵੀ ਕੁਝ ਨਹੀਂ ਜਾਣਦਾ ਕਿ ਉਹਨੇ ਪੰਜਾਬ ਦੇ ਵਿੱਚ ਕਿਹੋ ਜਿਹੀ ਪਰਫਾਰਮੈਂਸ ਆਪਣੀ ਪੇਸ਼ ਕਰਨੀ ਹੈ। ਸੋ ਪੰਜਾਬ ਦੇ ਵਿੱਚ ਤਸਵੀਰ ਹਾਲੇ ਵੀ ਸਪਸ਼ਟ ਨਹੀਂ ਤੇ ਲੱਗਦਾ ਹੈ ਕਿ ਜ਼ਾਬਤਾ ਲੱਗਣ ਤੋਂ ਬਾਅਦ ਵੀ ਸਪਸ਼ਟ ਨਹੀਂ ਹੋਣੀ, ਕਿਉਂਕਿ ਪੰਜਾਬ ਦੇ ਲੋਕਾਂ ਦਾ ਐਤਕੀ ਮਨ ਟੋਣ ਦੀ ਕੋਸ਼ਿਸ਼ ਤਾਂ ਕੀਤੀ ਜਾ ਰਹੀ ਹੈ ਪਰ ਟੋਇਆ ਨਹੀਂ ਜਾ ਰਿਹਾ। ਟੋਣ ਦੇ ਵਿੱਚ ਸਮਰੱਥ ਜਿਹੜੇ ਆ ਉਹ ਨਹੀਂ ਹੈਗੇ ਇਸ ਵਕਤ ਪੰਜਾਬ ਦੇ ਰਾਜਨੀਤਿਕ ਲੋਕ। ਕਾਂਗਰਸ ਦੀਆਂ ਰੈਲੀਆਂ ਵੀ ਦੇਖਦੇ ਆ, ਅਕਾਲੀ ਦਲ ਦੀਆਂ ਰੈਲੀਆਂ ਵੀ ਦੇਖ ਰਹੇ ਆ, ਆਮ ਆਦਮੀ ਪਾਰਟੀ ਦੀਆਂ ਰੈਲੀਆਂ ਵੀ ਦੇਖ ਰਹੇ ਆ। ਆਉਂਦੇ ਦਿਨਾਂ ਦੇ ਵਿੱਚ ਸ਼ਾਇਦ ਬੀਜੇਪੀ ਦੀਆਂ ਰੈਲੀਆਂ ਦੇ ਵਿੱਚ ਵੀ ਇਕੱਠ ਵੇਖਣ ਨੂੰ ਮਿਲੇ, ਪਰ ਇਸ ਦੇ ਬਾਵਜੂਦ ਕੋਈ ਇਹ ਨਹੀਂ ਗੱਲ ਕਹਿ ਸਕਦਾ ਕਿ ਐਤਕੀ ਫਲਾਨੀ ਪਾਰਟੀ ਦੀ ਚੜ੍ਹਤ ਵੱਧ ਹੈ। ਹਾਲੇ ਤੱਕ ਇਹ ਸਥਿਤੀ ਆ ਪੰਜਾਬ ਦੇ ਵਿੱਚ ਕਿ ਖਿਚੜੀ ਸਰਕਾਰ ਬਣਨੀ ਆ। ਜਿਹਦੇ ਨਾਲ ਵੀ ਗੱਲ ਹੁੰਦੀ ਆ ਉਹ ਹੰਗ ਅਸੈਂਬਲੀ ਦੀ ਗੱਲ ਕਰਦਾ। ਇਹ ਆਉਂਦੇ ਦਿਨਾਂ ਦੇ ਵਿੱਚ ਸੀਟਾਂ ਕੌਣ ਵੱਧ ਲੈ ਜਾਂਦਾ ਕੌਣ ਘੱਟ ਲੈ ਕੇ ਜਾਂਦਾ ਵਕਤ ਬਿਆਨ ਕਰੂਗਾ, ਪਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਤੇ ਬੀਜੇਪੀ ਤੇ ਜਿਹੜੇ ਵੀ ਹੋਰ ਸਾਥੀ ਮਿਲ ਗਏ ਉਹ ਪੰਜਾਬ ਦੇ ਵਿੱਚ ਇੱਕ ਬਹੁਤ ਵੱਡੀ ਨਿਰਣਾਇਕ ਭੂਮਿਕਾ ਨਿਭਾਉਣਗੇ। ਮੈਂ ਇਹ ਨਹੀਂ ਗੱਲ ਕਹਿੰਦਾ ਕਿ ਬੀਜੇਪੀ ਦੀ ਸਰਕਾਰ ਬਣੀ ਜਾਊਗੀ। ਇਉਂ ਤਾਂ ਸਾਰੇ ਹੀ ਕਹਿੰਦੇ ਵੀ 117 ਸੀਟਾਂ ਅਸੀਂ ਜਿੱਤ ਲੈਣੀਆਂ। ਉਹ ਵੀ ਕਹਿੰਦੇ ਆ ਜਿਨ੍ਹਾਂ ਨੇ 17 ਸੀਟਾਂ 'ਤੇ ਬੰਦੇ ਖੜੇ ਕਰਨੇ ਆ ਉਹ ਕਹਿੰਦੇ ਜੀ 117 ਹੀ ਅਸੀਂ ਜਿੱਤਾਂਗੇ, ਪਰ ਅਸੀਂ ਜੋ ਆਲੇ ਦੁਆਲੇ ਮਹਿਸੂਸ ਕਰਦੇ ਆ ਉਹ ਇਹ ਆ ਕਿ 117 ਸੀਟਾਂ ਦੇ ਉੱਤੇ ਕੈਪਟਨ ਤੇ ਭਾਜਪਾ ਆਪਣੇ ਬੰਦੇ ਖੜੇ ਕਰਕੇ ਆਉਂਦੇ ਸਮੇਂ ਦੇ ਵਿੱਚ ਕਈਆਂ ਦੇ ਲਈ ਇੱਕ ਬਹੁਤ ਵੱਡੀ ਚੁਣੌਤੀ ਜ਼ਰੂਰ ਪੇਸ਼ ਕਰਨਗੇ, ਕਿਉਂਕਿ ਇੱਕ ਬੰਦੇ ਦੇ ਨਾਲ ਉਹਦੇ ਹਲਕੇ ਦੀ 10-10, 15-15, 20-20 ਹਜ਼ਾਰ ਤਾਂ ਵੋਟ ਜੁੜੀ ਹੁੰਦੀ ਹੈ। ਜਦੋਂ ਉਹ ਕਿਸੇ ਵੀ ਪਾਸੇ ਜਾਂਦਾ ਇਹ ਵੋਟ ਉਹਦੇ ਨਾਲ ਚਲੀ ਜਾਂਦੀ ਆ, ਭਾਵੇਂ ਉਹ 5000 ਹੋਵੇ, 10000 ਹੋਵੇ, 15000 ਹੋਵੇ। ਉਹ 5000, ਉਹ 10000, ਉਹ 8000, ਉਹ 15000 ਵੋਟ ਨਿਰਣਾਇਕ ਭੂਮਿਕਾ ਅਦਾ ਕਰੂਗੀ ਵੀ ਕਿਹਨੂੰ ਜਿੱਤਦੇ ਨੂੰ ਹਰਾਉਣਾ, ਕਿਹਨੂੰ ਹਾਰਦੇ ਨੂੰ ਜਿਤਾਉਣਾ, ਜਾਂ ਫਿਰ ਆਪਣਾ ਸਨਮਾਨ ਹਾਸਲ ਕਰਨਾ ਤੇ ਜਾਂ ਫਿਰ ਆਪ ਜਿੱਤਣਾ ਵੀ ਹੈ ਤੇ ਜਾਂ ਕਿਸੇ ਮਾਤੜ ਦਾ ਨੰਬਰ ਵੀ ਲਵਾਉਣਾ। ਪੰਜਾਬ ਦੇ ਵਿੱਚ ਕਿਸਾਨ ਵੀ ਇਸ ਵਕਤ ਪਾਰਟੀ ਬਣਾਉਣ ਬਾਰੇ ਸੋਚ ਰਹੇ ਆ। ਇਹ ਵੀ ਇੱਕ ਆਉਂਦੇ ਦਿਨਾਂ ਦੇ ਵਿੱਚ ਬਹੁਤ ਵੱਡੀ ਖਬਰ ਹੋਊਗੀ, ਕਿਉਂਕਿ ਜਿਸ ਤਰੀਕੇ ਦੀਆਂ ਪਰਿਸਥਿਤੀਆਂ ਬਣ ਰਹੀਆਂ ਆਉਂਦੇ ਸਮੇਂ ਦੇ ਵਿੱਚ ਬਹੁਤ ਵੱਡੇ ਧਮਾਕੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਹੋਣ ਦੀ ਆਸ ਹੈ। ਨਵਜੋਤ ਸਿੰਘ ਸਿੱਧੂ ਤੇ ਚਰਨਜੀਤ ਸਿੰਘ ਚੰਨੀ ਦਾ ਕਰੂਰਾ ਆਪਸ ਦੇ ਵਿੱਚ ਹਾਲੇ ਤੱਕ ਨਹੀਂ ਮਿਲ ਰਿਹਾ, ਕਿਉਂਕਿ ਸਿੱਧੂ ਸਾਹਿਬ ਲੰਘੇ ਕੱਲ੍ਹ ਜਲੰਧਰ ਦੀ ਰੈਲੀ ਦੇ ਵਿੱਚ ਨਹੀਂ ਆਏ। ਸਿੱਧੂ ਸਾਹਿਬ ਇਸ ਵਕਤ ਖੁਦ ਨੂੰ ਮੁੱਖ ਮੰਤਰੀ ਚਿਹਰੇ ਦੇ ਤੌਰ ਦੇ ਉੱਤੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਆ। ਚੰਨੀ ਸਾਹਿਬ ਆਪਣੀ ਉਸੇ ਰੌਂ ਦੇ ਵਿੱਚ ਵਿਚਰ ਰਹੇ ਆ ਜਿਵੇਂ ਕਿ ਪਹਿਲਾਂ ਵਿਚਰਦੇ ਰਹੇ ਆ ਪਿਛਲੇ ਕਈ ਮਹੀਨਿਆਂ ਤੋਂ। ਸੋ ਕਾਂਗਰਸ ਆ ਜਿਹੜੀ ਉਹ ਆਪਸ ਦੇ ਵਿੱਚ ਸੀਤ ਯੁੱਧ ਦੇ ਨਾਲ ਲੜਾਈ ਲੜ ਰਹੀ ਹੈ। ਉਹਨਾਂ ਦਾ ਸੀਤ ਯੁੱਧ ਅੰਦਰ ਖਾਤੇ ਚੱਲ ਰਿਹਾ। ਸੋ ਐਤਕੀ ਇਹ ਵੀ ਪ੍ਰਤੀਤ ਹੁੰਦਾ ਵੀ ਕਾਂਗਰਸ ਕਿਸੇ ਵੀ ਚਿਹਰੇ ਨੂੰ ਮੁੱਖ ਮੰਤਰੀ ਦੇ ਤੌਰ ਦੇ ਉੱਤੇ ਪੇਸ਼ ਨਾ ਕਰੇ, ਇਹ ਵੀ ਗੱਲ ਦੀ ਸੰਭਾਵਨਾ ਹੈਗੀ ਆ। ਪੰਜਾਬ ਦੇ ਲੋਕ ਆ ਜਿਹੜੇ ਉਹ ਅੰਦਰੋਂ ਉਖੜੇ ਜਿਹੇ ਪਏ ਆ। ਪੰਜਾਬ ਦੇ ਲੋਕ ਕਿਸੇ ਦੇ ਉੱਤੇ ਯਕੀਨ ਕਿਉਂ ਨਹੀਂ ਕਰ ਰਹੇ? ਕਿਉਂਕਿ ਉਹਨਾਂ ਦੇ ਨਾਲ ਕਿਸੇ ਨੇ ਵੀ ਯਕੀਨ ਵਾਲੀ ਕਦੇ ਗੱਲ ਨਹੀਂ ਕੀਤੀ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਕੋਸ਼ਿਸ਼ਾਂ ਕਰ ਰਹੀ ਹੈ ਪੈਰ ਜਮਾਉਣ ਦੀਆਂ, ਪਰ ਹਾਲੇ ਉਹ ਗੱਲ ਨਹੀਂ ਬਣ ਰਹੀ। ਸੋ ਬਹੁਤ ਕੁਝ ਹੋਣਾ ਹਾਲੇ ਬਾਕੀ ਹੈ, ਪਰ ਇਸ ਸਭ ਕੁਝ ਦੇ ਵਿੱਚ ਬੀਜੇਪੀ ਦੇ ਵੱਲੋਂ ਪੰਜਾਬ ਨੂੰ ਫਤਿਹ ਕਰਨ ਦੇ ਲਈ,
ਪੰਜਾਬ ਦੇ ਵਿੱਚ ਜਿੱਤ ਹਾਸਲ ਕਰਨ ਦੇ ਲਈ ਅੱਡੀ ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਤੇ ਜਿੰਨਾ ਕੁ ਲਾਇਆ ਇਹਦੇ ਨਾਲੋਂ ਕਈ ਗੁਣਾ ਵੱਧ ਹਾਲੇ ਲੱਗਣਾ ਬਾਕੀ ਹੈ। ਮੈਂ ਇਹ ਇਸ ਕਰਕੇ ਨਹੀਂ ਕਹਿੰਦਾ ਵੀ ਭਾਈ ਆਲੇ ਦੁਆਲੇ 2-4 ਬੰਦੇ ਸ਼ਾਮਲ ਹੋਏ ਦੇਖ ਲਏ ਪਾਰਟੀ ਦੇ ਵਿੱਚ ਤੇ ਰਾਏ ਬਦਲ ਗਈ। ਉਹ ਕੁਝ ਹੋਣਾ ਹਾਲੇ ਬਾਕੀ ਹੈ ਜਿਹਦੇ ਬਾਬਤ ਅਸੀਂ ਕਿਆਸ ਨਹੀਂ ਕੀਤਾ। ਬਹੁਤ ਕੁਝ ਇਸ ਵਕਤ ਅੰਦਰ ਖਾਤੇ ਚੱਲ ਰਿਹਾ। ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਨੂੰ ਆਉਂਦੇ ਕੁਝ ਕੁ ਹਫ਼ਤਿਆਂ ਦੇ ਵਿੱਚ ਬਹੁਤ ਸਾਰਾ ਬਦਲਿਆ ਹੋਇਆ ਅਸੀਂ ਦੇਖਾਂਗੇ। ਪਿਛਲੇ ਦਿਨੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇੱਕ ਕਿਤਾਬ ਜਾਰੀ ਕੀਤੀ ਗਈ ਸੀ। ਉਸ ਕਿਤਾਬ ਦੇ ਵਿੱਚ ਸਿੱਖ ਧਰਮ ਦੇ ਵੱਖ-ਵੱਖ ਗੁਰੂਆਂ ਦਾ, ਉਸ ਕਿਤਾਬ ਦੇ ਵਿੱਚ 5 ਪਿਆਰਿਆਂ ਦਾ ਜ਼ਿਕਰ ਵੀ ਕੀਤਾ ਗਿਆ, ਪਰ ਇਹਦੇ ਵਿੱਚ ਤੱਥਾਂ ਦੀ ਘਾਟ ਹੈ। ਇਹਦੇ ਵਿੱਚ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਹੁਣ ਇਹ ਮੁੱਦਾ ਬਹੁਤ ਵੱਡੇ ਪੱਧਰ ਦੇ ਉੱਤੇ ਉਛਲਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਗੱਲ ਦੀ ਮੰਗ ਕੀਤੀ ਗਈ ਹੈ ਕਿ ਯੂਪੀ ਦੀ ਸਰਕਾਰ ਇਸ ਕਿਤਾਬ ਨੂੰ ਵਾਪਸ ਲਵੇ, ਜਿਹੜੀ ਕਿ ਪ੍ਰਸ਼ਾਦ ਦੇ ਤੌਰ ਦੇ ਉੱਤੇ ਵੰਡੀ ਗਈ ਹੈ। ਇਸ ਕਿਤਾਬ ਦੇ ਵਿੱਚ ਜੋ ਮਨ ਘੜਤ ਗੱਲਾਂ ਸ਼ਾਮਲ ਕੀਤੀਆਂ ਗਈਆਂ ਉਹਨਾਂ ਨੂੰ ਮਿਟਾ ਕੇ, ਉਹਨਾਂ ਨੂੰ ਸੋਧ ਕੇ ਤੇ ਬਾਅਦ ਦੇ ਵਿੱਚ ਫੇਰ ਕਿਤਾਬ ਵੰਡੀ ਜਾਵੇ। ਇਹ ਉਹ ਵੇਲਾ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਤੇ ਸਮੁੱਚੀ ਬੀਜੇਪੀ ਦੀ ਸਿਖਰਲੀ ਲੀਡਰਸ਼ਿਪ ਸਿੱਖ ਭਾਈਚਾਰੇ ਨੂੰ ਆਪਣੇ ਹੱਥ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਵਾਰ-ਵਾਰ 13 ਉਹ ਕੰਮ ਗੜਾਏ ਜਾ ਰਹੇ ਜਿਹੜੇ ਕਿ ਸਿੱਖਾਂ ਦੇ ਲਈ ਕੀਤੇ ਗਏ ਆ। ਪਿਛਲੇ ਦਿਨੀ ਆਪਾਂ ਜਾਣਦੇ ਹਾਂ ਕਿ 3 ਮਿੰਟ ਤੇ 57 ਸਕਿੰਟ ਦੀ ਇੱਕ ਵੀਡੀਓ ਜਾਰੀ ਕੀਤੀ ਬੀਜੇਪੀ ਨੇ, ਜਿਹਦੇ ਵਿੱਚ ਸਿੱਖ ਭਾਈਚਾਰੇ ਦੇ ਲਈ ਕੀਤੇ ਗਏ 13 ਕੰਮਾਂ ਦਾ ਜ਼ਿਕਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਇੱਕ 70-72 ਸਫ਼ਿਆਂ ਦਾ ਕਿਤਾਬਚਾ ਵੀ ਜਾਰੀ ਕੀਤਾ ਗਿਆ, ਜਿਹਦੇ ਵਿੱਚ ਸਿੱਖ ਭਾਈਚਾਰੇ ਦੇ ਲਈ ਕੀਤੇ ਗਏ ਕੰਮਾਂ ਦਾ ਵੇਰਵਾ ਪੇਸ਼ ਕੀਤਾ ਗਿਆ। ਇਹ ਸਾਰੇ ਕੁਝ ਨੂੰ ਪੇਸ਼ ਕਰਦਿਆਂ ਇੱਕ ਵਾਰ ਫਿਰ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕੁਝ ਕੁ ਪੰਥਕ ਜਥੇਬੰਦੀਆਂ ਦੇ ਵੱਲੋਂ ਬੀਜੇਪੀ ਦੇ ਵੱਲੋਂ ਇਸ ਕਿਤਾਬ ਦੇ ਉੱਤੇ ਵਿਵਾਦ ਛਿੜਿਆ ਗਿਆ ਜਾਂ ਕਿ ਵੀ ਚਰਚਾ ਕੀਤੀ ਗਈ ਹੈ ਤੇ ਇਹ ਗੱਲ ਕਹੀ ਗਈ ਹੈ ਕਿ ਇਸ ਕਿਤਾਬ ਨੂੰ ਵਾਪਸ ਲਿਆ ਜਾਵੇ, ਤਾਂ ਬੀਜੇਪੀ ਕੀ ਆਉਂਦੇ ਸਮੇਂ ਦੇ ਵਿੱਚ ਇਸ ਕਿਤਾਬ ਨੂੰ ਵਾਪਸ ਲਊ? ਕੀ ਇਹਦੇ ਵਿੱਚ ਸੋਧ ਹੋਊ? ਕੀ ਇਹ ਕੁਝ ਕਰਨ ਦੇ ਨਾਲ ਬੀਜੇਪੀ ਦਾ ਫਿਰ ਅਕਸ ਖਰਾਬ ਹੋਊ? ਇਹਦੇ ਵੱਲ ਸਭ ਦਾ ਧਿਆਨ ਟਿਕਿਆ ਰਹਿਣਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਤੇ ਫਿਰ ਕਰਾਂਗੇ ਟਿੱਪਣੀ। ਵਿਸ਼ਵਨਾਥ ਧਾਮ ਕੋਰੀਡੋਰ ਦੇ ਉਦਘਾਟਨ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥੋਂ ਰਿਲੀਜ਼ ਕਰਵਾਈ ਗਈ ਕਿਤਾਬ ਸ਼੍ਰੀ ਕਾਸ਼ੀ ਵਿਸ਼ਵਨਾਥ ਧਾਮ ਕਾ ਗੌਰਵਸ਼ਾਲੀ ਇਤਿਹਾਸ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। SGPC ਦਾ ਕਹਿਣਾ ਕਿ ਇਸ ਕਿਤਾਬ ਦੇ ਵਿੱਚ ਸਿੱਖਾਂ ਨਾਲ ਜੁੜੀਆਂ ਜਾਣਕਾਰੀਆਂ ਗਲਤ ਨੇ ਤੇ ਇਹਨਾਂ ਦਾ ਕੋਈ ਆਧਾਰ ਨਹੀਂ। SGPC ਦੇ ਅਧਿਕਾਰੀਆਂ ਨੇ ਇਹ ਗੱਲ ਕਹੀ ਹੈ ਕਿ ਇਸ ਕਿਤਾਬ ਨੂੰ ਪ੍ਰਸ਼ਾਦ ਦੇ ਤੌਰ ਦੇ ਉੱਤੇ ਵੱਡੀ ਗਿਣਤੀ 'ਚ ਵੰਡਿਆ ਗਿਆ। ਹਾਲਾਂਕਿ ਇਹਦੇ ਵਿੱਚ ਦਿੱਤੀ ਗਈ ਜਾਣਕਾਰੀ ਭਟਕਾਉਣ ਵਾਲੀ ਹੈ ਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ ਹੈ। ਕਿਤਾਬ ਦੇ ਵਿੱਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ 5 ਪਿਆਰਿਆਂ ਦੇ ਨਾਲ ਖਾਲਸਾ ਪੰਥ ਦੀ ਸਥਾਪਨਾ ਕੀਤੀ ਗਈ। ਇਹਨਾਂ 5 ਪਿਆਰਿਆਂ ਨੂੰ ਕਾਸ਼ੀ ਭੇਜਿਆ ਗਿਆ ਤਾਂ ਜੋ ਉਹ ਸਨਾਤਨ ਧਰਮ ਦਾ ਗਿਆਨ ਪ੍ਰਾਪਤ ਕਰਕੇ ਉਸ ਦੀ ਰੱਖਿਆ ਦੇ ਲਈ ਤਤਪਰ ਹੋ ਸਕਣ। ਸ਼੍ਰੋਮਣੀ ਕਮੇਟੀ ਨੇ ਇਸ ਗੱਲ ਦੇ ਉੱਤੇ ਇਤਰਾਜ਼ ਪ੍ਰਗਟਾਇਆ। ਇਸ ਮੌਕੇ ਦੇ ਉੱਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਦੇ ਵੀ 5 ਪਿਆਰਿਆਂ ਨੂੰ ਕਾਸ਼ੀ ਵਿੱਚ ਨਹੀਂ ਸੀ ਭੇਜਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ 5 ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਗਿਆ, ਜਦ ਕਿ 5 ਸਿੱਖਾਂ ਨੂੰ ਕਾਸ਼ੀ ਭੇਜਣ ਵਾਲੀ ਘਟਨਾ ਹੀ ਕੁਝ ਹੋਰ ਹੈ। ਪਾਉਂਟਾ ਸਾਹਿਬ ਦੇ ਵਿੱਚ ਪੰਡਿਤ ਰਘੂਨਾਥ ਨੇ ਸ਼ੂਦਰ ਵਰਣ ਦੇ ਨਾਲ ਸੰਬੰਧਿਤ ਕੁਝ ਸਿੱਖ ਵਿਦਿਆਰਥੀਆਂ ਨੂੰ ਸੰਸਕ੍ਰਿਤ ਪੜ੍ਹਾਉਣ ਤੋਂ ਇਨਕਾਰ ਕਰ ਦਿੱਤਾ ਸੀ, ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੱਖ-ਵੱਖ ਜਾਤਾਂ ਨਾਲ ਸੰਬੰਧਿਤ 5 ਸਿੱਖਾਂ ਭਾਈ ਰਾਮ ਸਿੰਘ, ਭਾਈ ਕਰਮ ਸਿੰਘ, ਭਾਈ ਗੰਡਾ ਸਿੰਘ, ਭਾਈ ਵੀਰ ਸਿੰਘ ਤੇ ਭਾਈ ਸੈਨਾ ਸਿੰਘ ਨੂੰ ਸੰਸਕ੍ਰਿਤ ਭਾਸ਼ਾ ਸਿੱਖਣ ਦੇ ਉਦੇਸ਼ ਨਾਲ ਕਾਸ਼ੀ ਭੇਜਿਆ ਸੀ, ਨਾ ਕਿ ਸਨਾਤਨ ਧਰਮ ਦੀ ਸਿੱਖਿਆ ਪ੍ਰਾਪਤ ਕਰਨ ਦੇ ਲਈ। ਕਿਤਾਬ ਦੇ ਵਿੱਚ ਇਹ ਵੀ ਗੱਲ ਲਿਖੀ ਗਈ ਹੈ ਕਿ ਸਿੱਖ ਧਰਮ ਦੀ ਸਥਾਪਨਾ ਮੁਗਲਾਂ ਨਾਲ ਲੜਨ ਤੇ ਸਨਾਤਨ ਧਰਮ ਦੀ ਰੱਖਿਆ ਦੇ ਲਈ ਕੀਤੀ ਗਈ ਸੀ। SGPC ਦਾ ਕਹਿਣਾ ਕਿ ਇਹ ਦਾਅਵਾ ਤੱਥਾਂ ਤੋਂ ਬਹੁਤ ਦੂਰ ਹੈ। ਅਸਲ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਅਤਿਆਚਾਰ, ਜ਼ੁਲਮ ਤੇ ਅਨਿਆਂ ਦੇ ਖਿਲਾਫ ਕੀਤੀ ਗਈ ਸੀ, ਨਾ ਕਿ ਸਨਾਤਨ ਧਰਮ ਦੀ ਰੱਖਿਆ ਦੀ ਖਾਤਰ। ਜ਼ਿਕਰਯੋਗ ਹੈ ਕਿ ਇਸ ਕਿਤਾਬ ਦੇ ਲਈ ਤੱਥ ਹਾਸਲ ਕਰਨ ਦੀ ਜ਼ਿੰਮੇਵਾਰੀ ਸ਼੍ਰੀ ਕਾਸ਼ੀ ਪ੍ਰੀਸ਼ਦ ਤੇ ਪ੍ਰਕਾਸ਼ਨ ਦਾ ਜ਼ਿੰਮਾ ਸੂਚਨਾ ਵਿਭਾਗ ਨੂੰ ਮਿਲਿਆ ਸੀ। SGPC ਦੇ ਮੀਤ ਪ੍ਰਧਾਨ ਨੇ ਇਹ ਗੱਲ ਕਹੀ ਹੈ ਕਿ ਕਿਤਾਬ ਦੇ ਵਿੱਚ ਸਿੱਖ ਧਰਮ ਦਾ ਕਾਸ਼ੀ ਦੇ ਨਾਲ ਸੰਬੰਧ ਦੱਸਿਆ ਗਿਆ, ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਇਹਦੀ ਨਿੰਦਿਆ ਕਰਦੇ ਹੋਏ ਕਿਤਾਬ ਦੇ ਉੱਤੇ ਮੁਕੰਮਲ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਧਰਮ ਬਹੁਤ ਨਾਜ਼ੁਕ ਮੁੱਦਾ, ਕਿਸੇ ਵੀ ਧਰਮ ਵਿਚਲੇ ਤੱਥ ਆ ਜਿਹੜੇ ਉਹ ਤੋੜ ਮਰੋੜ ਕੇ ਪੇਸ਼ ਕਰਨੇ ਬਹੁਤ ਵੱਡੀ ਗਲਤੀ ਹੈ। ਬੀਜੇਪੀ ਨੂੰ ਜਾਂ ਜਿਨ੍ਹਾਂ ਨੇ ਵੀ ਇਸ ਕਿਤਾਬ ਦੀ ਪ੍ਰਕਾਸ਼ਨਾ ਕੀਤੀ ਹੈ ਉਹਨਾਂ ਨੂੰ ਪਹਿਲਾਂ ਸੰਬੰਧਿਤ ਧਰਮ ਦੇ ਬਾਰੇ, ਸਿੱਖ ਧਰਮ ਦੇ ਬਾਰੇ ਮੁਕੰਮਲ ਜਾਣਕਾਰੀ ਹਾਸਲ ਕਰਨੀ ਚਾਹੀਦੀ ਸੀ। ਇਤਿਹਾਸ ਦੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਸੀ। ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਨੂੰ ਹਾਸਲ ਕਰਨਾ ਚਾਹੀਦਾ ਸੀ। ਉਹਨਾਂ ਦੇ ਵੱਲੋਂ ਕਿਹੜੇ ਮੌਕੇ ਦੇ ਉੱਤੇ ਕਿਹੜਾ ਕਾਰਜ ਕੀਤਾ ਗਿਆ ਇਹਦੇ ਬਾਬਤ ਮੁਕੰਮਲ ਜਾਣਕਾਰੀ ਹੋਣੀ ਚਾਹੀਦੀ ਸੀ। ਫਿਰ ਹੀ ਇਸ ਗੱਲ ਨੂੰ ਕਿਤਾਬਬੱਧ ਕਰਨਾ ਚਾਹੀਦਾ, ਜਿਲਦਬੱਧ ਕਰਨਾ ਚਾਹੀਦਾ। ਪਰ ਕਾਹਲੀ ਦੇ ਵਿੱਚ ਜੋ ਕੀਤਾ ਗਿਆ ਕਾਰਜ ਹੈ, ਇਹਦੇ ਕਰਕੇ ਬੀਜੇਪੀ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੈ। ਵੱਡੀ ਗੱਲ ਇਹ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਵੇਲੇ ਸਿੱਖਾਂ ਦੇ ਨਾਲ ਜੁੜੇ ਹੋਣ ਦੀ ਗੱਲ ਕਰਦੇ ਆ, ਜਿਹੜੇ ਵਕਤ ਸਿੱਖ ਭਾਈਚਾਰੇ ਦੇ ਨਾਲ ਤੁਰਨ ਦੀ ਗੱਲ ਕਰਦੇ ਆ,
ਜਿਹੜੇ ਵਕਤ ਪੰਜਾਬ ਦੇ ਵਿੱਚ ਚੋਣਾਂ ਜਿੱਤਣ ਦੇ ਲਈ ਬਹੁਤ ਕੁਝ ਕੀਤਾ ਜਾ ਰਿਹਾ, ਉਸ ਵੇਲੇ ਹੀ ਇਸ ਕਿਤਾਬ ਵਿਚਲੇ ਇਹਨਾਂ ਗਲਤ ਤੱਥਾਂ ਦੀ ਪੇਸ਼ਕਾਰੀ ਦਾ ਵਿਵਾਦ ਬਣਿਆ। ਹੁਣ ਆਉਂਦੇ ਦਿਨਾਂ ਦੇ ਵਿੱਚ ਕੀ ਬੀਜੇਪੀ ਦੇ ਵੱਲੋਂ ਇਸ ਕਿਤਾਬ ਨੂੰ ਵਾਪਸ ਲਿਆ ਜਾਊਗਾ? ਕੀ ਇਹਨਾਂ ਤੱਥਾਂ ਦੇ ਮੁਤਲਕ ਜੋ ਪ੍ਰਕਾਸ਼ਨ ਵਿਭਾਗ ਆ ਜਿਹਨੇ ਇਹ ਪ੍ਰਕਾਸ਼ਿਤ ਕੀਤੀ ਹੈ ਕਿਤਾਬ, ਉਹ ਜ਼ਿੰਮੇਵਾਰੀ ਲਊਗਾ ਜਾਂ ਮਾਫੀ ਮੰਗੂਗਾ? ਇਹਦੇ ਵੱਲ ਨਿਗਾਹ ਟਿੱਕੀ ਰਹਿਣੀ ਆ। ਪਰ ਮੈਂ ਅਕਸਰ ਇਹ ਗੱਲ ਕਹਿਣਾ ਵੀ ਕਿਸੇ ਵੀ ਧਰਮ ਦੇ ਬਾਰੇ ਕੋਈ ਨਿਰਾਦਰਨੁਮਾ ਗੱਲ ਨਹੀਂ ਕਰਨੀ ਚਾਹੀਦੀ, ਕਿਉਂਕਿ ਧਰਮ ਭਾਰਤ ਦੇ ਵਿੱਚ ਇੱਕ ਇਹੋ ਜਿਹਾ ਨਾਜ਼ੁਕ ਮੁੱਦਾ ਜਿਹਦੇ ਉੱਤੇ ਬਹੁਤ ਵੱਡੇ ਵੱਡੇ ਮਸਲੇ ਨਵੇਂ ਸਿਰੋਂ ਖੜੇ ਹੁੰਦੇ ਆ। ਸਿੱਖ ਧਰਮ ਇੱਕ ਆਧੁਨਿਕ ਧਰਮ ਆ। ਇਹਦੇ ਬਾਬਤ ਜਦੋਂ ਕੋਈ ਵੀ ਗਲਤ ਜਾਣਕਾਰੀ ਦੀ ਪੇਸ਼ਕਾਰੀ ਹੁੰਦੀ ਆ ਤਾਂ ਕੁਝ ਕੁ ਕਿਤਾਬਾਂ ਇਤਿਹਾਸ ਦੀਆਂ ਪੜ੍ਹ ਕੇ ਮੁਕੰਮਲਤਾ ਦਾ ਅਹਿਸਾਸ ਹੋ ਜਾਂਦਾ ਕਿ ਆਹ ਇਉਂ ਨਹੀਂ, ਇਹ ਤਾਂ ਇਉਂ ਹੋਇਆ ਸੀ। ਸੋ ਇਸ ਗੱਲ ਦੇ ਵੱਲ ਸਭ ਨੂੰ ਖਿਆਲ ਰੱਖਣ ਦੀ ਲੋੜ ਹੈ ਕਿ ਧਰਮ ਦੇ ਮੁੱਦੇ ਦੇ ਉੱਤੇ ਕੀ ਪੇਸ਼ਕਾਰੀ ਕਰਨੀ ਆ, ਕੀ ਸਾਡਾ ਇਤਿਹਾਸ ਆ, ਕੀ ਸਾਡਾ ਵਰਤਮਾਨ ਆ ਤੇ ਕੀ ਸਾਡੀਆਂ ਚੁਣੌਤੀਆਂ। ਪੰਜਾਬ ਦੇ ਕਿਸਾਨ ਆਗੂਆਂ ਦੇ ਵੱਲੋਂ ਸਮਰਾਲੇ ਦੇ ਵਿੱਚ ਇੱਕ ਗੁਪਤ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਦੇ ਵਿੱਚ 32 ਕਿਸਾਨ ਜਥੇਬੰਦੀਆਂ ਦੇ ਵਿੱਚੋਂ ਕਈ ਆਗੂ ਆ ਜਿਹੜੇ ਉਹ ਬੈਠੇ। ਇਹ ਮੀਟਿੰਗ ਹੁਣ 2-4 ਦਿਨਾਂ ਬਾਅਦ ਫੇਰ ਵੀ ਹੋਣੀ ਆ। ਇਸ ਮੀਟਿੰਗ ਦੇ ਵਿੱਚ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆਏ ਆ। ਇਸ ਮੀਟਿੰਗ ਦੇ ਵਿੱਚ ਇੱਕ ਵਿਚਾਰ ਇਹ ਆਇਆ ਕਿ ਕਿਸਾਨਾਂ ਨੂੰ ਆਪਣੀ ਪਾਰਟੀ ਬਣਾਉਣੀ ਚਾਹੀਦੀ ਹੈ। ਇੱਕ ਵਿਚਾਰ ਇਹ ਵੀ ਆਇਆ ਕਿ ਸਾਨੂੰ ਜਥੇਬੰਦੀ ਬਣਾਉਣੀ ਚਾਹੀਦੀ ਹੈ, ਪਾਰਟੀ ਨਹੀਂ। ਇੱਕ ਵਿਚਾਰ ਇਹ ਵੀ ਆਇਆ ਕਿ ਸਾਨੂੰ ਰਵਾਇਤੀ ਪਾਰਟੀਆਂ ਦੇ ਵਿੱਚੋਂ ਕੁਝ ਇੱਕ ਦਾ ਸਾਥ ਦੇਣਾ ਚਾਹੀਦਾ। ਇੱਕ ਵਿਚਾਰ ਇਹ ਵੀ ਆਇਆ ਕਿ ਕੀ ਸਾਨੂੰ ਆਮ ਆਦਮੀ ਪਾਰਟੀ ਦਾ ਸਾਥ ਦੇਣਾ ਚਾਹੀਦਾ ਕਿ ਨਹੀਂ। ਇਸ ਤਰੀਕੇ ਦੀ ਚਰਚਾ ਹੋਈ ਹੈ। ਇਹ ਚਰਚਾ ਹੋਣੀ ਵੀ ਸੀ। ਬਲਵੀਰ ਸਿੰਘ ਰਾਜੇਵਾਲ ਹੋਰਾਂ ਨੇ ਇਸ ਤੋਂ ਪਹਿਲਾਂ ਵੀ ਕਈ ਵਾਰ ਇਹ ਗੱਲ ਕਹੀ ਸੀ ਕਿ ਜੋ ਮਰਜ਼ੀ ਹੋ ਜਾਏ, ਪਰ ਜਦੋਂ ਅਸੀਂ ਅੰਦੋਲਨ ਫਤਿਹ ਕਰ ਲਿਆ ਉਸ ਤੋਂ ਬਾਅਦ ਹੀ ਸਿਰ ਜੋੜ ਕੇ ਬੈਠਾਂਗੇ ਤੇ ਫਿਰ ਵਿਚਾਰ ਚਰਚਾ ਕਰਾਂਗੇ ਕਿ ਸਾਨੂੰ ਆਉਂਦੇ ਸਮੇਂ ਦੇ ਵਿੱਚ ਕੀ ਕਰਨਾ ਚਾਹੀਦਾ। ਇਹ ਉਹ ਵੇਲਾ ਜਦੋਂ ਬਲਵੀਰ ਸਿੰਘ ਰਾਜੇਵਾਲ ਆਮ ਆਦਮੀ ਪਾਰਟੀ ਦੇ ਵਿੱਚ ਜਾ ਕੇ ਸੀਐਮ ਕੈਂਡੀਡੇਟ ਹੋ ਸਕਦੇ ਆ। ਇਹਦੇ ਬਾਬਤ ਖਬਰਾਂ ਹਰ ਰੋਜ਼ ਆਉਂਦੀਆਂ, ਪਰ ਇਹਦੇ ਮੁਤਲਕ ਕੋਈ ਮੁਕੰਮਲ ਜਾਣਕਾਰੀ ਕਿਸੇ ਦੇ ਕੋਲੇ ਨਹੀਂ ਆ। ਹਾਂ, ਇਹ ਗੱਲ ਜ਼ਰੂਰ ਹੈ ਕਿ ਆਮ ਆਦਮੀ ਪਾਰਟੀ ਇੱਕ ਸਿੱਖ ਚਿਹਰਾ, ਇੱਕ ਸਨਮਾਨਯੋਗ ਚਿਹਰਾ, ਇੱਕ ਪ੍ਰਭਾਵਸ਼ਾਲੀ ਚਿਹਰਾ ਤੇ ਇੱਕ ਚਰਚਿਤ ਚਿਹਰਾ ਜ਼ਰੂਰ ਚਾਹੁੰਦੀ ਹੈ। ਸੋ ਆਉਂਦੇ ਸਮੇਂ ਦੇ ਵਿੱਚ ਕਿਸਾਨ ਆਗੂ ਜਿਹੜੇ ਪੰਜਾਬ ਦੇ ਆ ਉਹ ਕੀ ਫੈਸਲਾ ਕਰਨਗੇ, ਇਹਦੇ ਵੱਲ ਸਭ ਦੀ ਨਿਗਾਹ ਟਿਕੀ ਰਹਿਣੀ ਆ, ਕਿਉਂਕਿ ਕਿਸਾਨਾਂ ਦੇ ਵੱਲੋਂ ਕੀਤਾ ਗਿਆ ਫੈਸਲਾ ਪੰਜਾਬ ਦੀ ਰਾਜਨੀਤੀ ਦੇ ਉੱਤੇ ਬਹੁਤ ਵੱਡਾ ਅਸਰ ਪਾਊਗਾ। ਕਿਉਂਕਿ ਬੇਸ਼ੱਕ ਜੋ ਮਰਜ਼ੀ ਕਿਹਾ ਜਾਵੇ, ਪਰ 1 ਸਾਲ ਤੋਂ ਵੱਧ ਸਮਾਂ ਕਿਸਾਨ ਬਾਰਡਰਾਂ ਦੇ ਉੱਤੇ ਰਹੇ ਆ। ਉਹ ਇੰਨੀ ਛੇਤੀ ਉਹਨਾਂ ਜ਼ਖਮਾਂ ਨੂੰ ਭੁੱਲਣਗੇ ਨਹੀਂ ਜੋ ਮਰਜ਼ੀ ਕੀਤਾ ਜਾਵੇ ਕਿਸੇ ਵੀ ਪਾਰਟੀ ਦੇ ਵੱਲੋਂ। ਸੋ ਲੱਗਦਾ ਇਹ ਹੈ ਜੀ ਕਿ ਜੇਕਰ ਕਿਸਾਨ ਆਪਣੇ ਉਮੀਦਵਾਰ ਖੜੇ ਕਰਦੇ, ਕਿਸਾਨ ਆਗੂ, ਜਾਂ ਜੇਕਰ ਨਵੀਂ ਪਾਰਟੀ ਬਣਾਉਂਦੇ ਜਾਂ ਆਪਣੀ ਜਥੇਬੰਦੀ ਦੇ ਵੱਲੋਂ ਉਮੀਦਵਾਰ ਖੜੇ ਕੀਤੇ ਜਾਂਦੇ ਆ, ਤਾਂ ਆਉਂਦੇ ਸਮੇਂ ਦੇ ਵਿੱਚ ਬਾਕੀ ਪਾਰਟੀਆਂ ਨੂੰ ਦਿਹਾਤੀ ਖੇਤਰਾਂ ਦੇ ਵਿੱਚੋਂ ਵੋਟ ਇਕੱਠੀ ਕਰਨ ਦੇ ਲਈ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਊਗਾ। ਕਿਉਂਕਿ ਬੇਸ਼ੱਕ ਅੱਜ ਰਵਾਇਤੀ ਪਾਰਟੀਆਂ ਦੇ ਵਿੱਚ ਵੰਡੇ ਹੋਏ ਅਸੀਂ ਕਿਸਾਨ, ਪਰ ਜਦੋਂ ਕਿਸਾਨ ਖੜੇ ਹੋਣਗੇ ਤੇ ਫਿਰ ਹਰ ਕਿਸੇ ਦੇ ਅੰਦਰੋਂ ਤਾਂ ਆਵਾਜ਼ ਉੱਠੂਗੀ ਕਿ ਨਹੀਂ ਯਾਰ, ਇਹਨਾਂ ਨੇ ਅਗਵਾਈ ਕੀਤੀ, ਇਹਨਾਂ ਕਰਕੇ 3 ਖੇਤੀ ਕਾਨੂੰਨ ਰੱਦ ਹੋਏ ਆ, ਇਸ ਕਰਕੇ ਵੋਟ ਇੱਧਰ ਪਾਉਣੇ ਆ। ਸੋ ਆਉਂਦੇ ਸਮੇਂ ਦੇ ਵਿੱਚ ਜੇਕਰ ਕਿਸਾਨ ਆਗੂ ਸਾਹਮਣੇ ਆਉਂਦੇ ਆ, ਟੱਕਰ ਤਿੱਖੀ ਦੇਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਗੁਰਨਾਮ ਸਿੰਘ ਚੜੂਨੀ ਵੀ ਅੱਜ ਫੈਸਲਾ ਲੈ ਸਕਦੇ ਆ ਕਿ ਪੰਜਾਬ ਦੇ ਵਿੱਚ ਅਸੀਂ ਕੀ ਕਰਨਾ, ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਗੁਰਨਾਮ ਸਿੰਘ ਚੜੂਨੀ ਸ਼ਨੀਵਾਰ ਨੂੰ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕਰ ਰਹੇ ਨੇ। ਉਹ ਆਪਣੀ ਨਵੀਂ ਪਾਰਟੀ ਦਾ ਐਲਾਨ ਕਰ ਸਕਦੇ ਨੇ। ਚੜੂਨੀ ਪਹਿਲਾਂ ਹੀ ਮਿਸ਼ਨ ਪੰਜਾਬ ਦੇ ਤਹਿਤ ਕਿਸਾਨਾਂ ਨੂੰ ਚੋਣ ਲੜਵਾਉਣ ਦਾ ਐਲਾਨ ਕਰ ਚੁੱਕੇ ਨੇ। ਚੜੂਨੀ ਆਪਣੇ ਮਿਸ਼ਨ ਪੰਜਾਬ ਦੇ ਤਹਿਤ ਫਤਿਹਗੜ੍ਹ ਸਾਹਿਬ ਦੇ ਵਿੱਚ ਆਪਣੇ ਦੌਰੇ ਦੌਰਾਨ ਇੱਕ ਉਮੀਦਵਾਰ ਦਾ ਐਲਾਨ ਵੀ ਕਰ ਚੁੱਕੇ ਨੇ। ਹਾਲਾਂਕਿ ਸੰਯੁਕਤ ਕਿਸਾਨ ਮੋਰਚਾ ਉਹਨਾਂ ਦੇ ਪੰਜਾਬ ਦੇ ਵਿੱਚ ਚੋਣ ਲੜਨ ਦੇ ਨਾਲ ਸਹਿਮਤ ਨਹੀਂ, ਪਰ ਚੜੂਨੀ ਆਪਣੇ ਨਿਰਣੇ ਦੇ ਉੱਤੇ ਹਾਲੇ ਤੱਕ ਅਡਿੱਗ ਨੇ। ਪੰਜਾਬ ਦੇ ਵਿੱਚ ਚੋਣਾਂ ਲੜਨ ਦੇ ਐਲਾਨ ਤਹਿਤ ਗੁਰਨਾਮ ਸਿੰਘ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਮਿਸ਼ਨ ਪੰਜਾਬ ਦੇ ਤਹਿਤ ਮੈਂ ਖੁਦ ਪੰਜਾਬ ਦੇ ਵਿੱਚ ਚੋਣ ਨਹੀਂ ਲੜਾਂਗਾ, ਪਰ ਲੜਾਵਾਂਗਾ ਜ਼ਰੂਰ। ਹਰਿਆਣਾ ਨਾਲ ਸੰਬੰਧਿਤ ਹੋਣ ਦੇ ਸਵਾਲ ਦੇ ਉੱਤੇ ਉਹ ਕਹਿ ਚੁੱਕੇ ਨੇ ਕਿ ਉਹ ਪੈਰਾਸ਼ੂਟ ਨਹੀਂ ਹੋਣਗੇ, ਉਹਨਾਂ ਦਾ ਪੁਸ਼ਤੈਨੀ ਪਿੰਡ ਪੰਜਾਬ ਦੇ ਵਿੱਚ ਹੀ ਹੈ। ਦੱਸਣਾ ਬਣਦਾ ਕਿ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੇ ਵਿੱਚ ਚੋਣਾਂ ਲੜਾਉਣ ਦੇ ਨਾਲ ਉਹਨਾਂ ਦੇ ਨਾਲ ਸਹਿਮਤ ਨਹੀਂ ਸੀ। ਇਸੇ ਦੇ ਚੱਲਦਿਆਂ ਚੜੂਨੀ ਦੂਜੇ ਕਿਸਾਨ ਨੇਤਾਵਾਂ ਦੇ ਉੱਤੇ ਸਮੇਂ-ਸਮੇਂ ਤੇ ਤੰਜ਼ ਵੀ ਕੱਸਦੇ ਰਹੇ ਨੇ। ਚੜੂਨੀ ਦਾ ਕਹਿਣਾ ਹੈ ਕਿ ਕਿਸਾਨ ਖੁਦ ਆਪਣੀ ਸਰਕਾਰ ਕਿਉਂ ਨਹੀਂ ਬਣਾ ਸਕਦੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿਸੇ ਨੇ ਚੋਣ ਲੜਨੀ ਆ ਨਹੀਂ ਲੜਨੀ, ਇਹ ਉਹਦਾ ਨਿੱਜੀ ਅਧਿਕਾਰ ਆ, ਉਹਦੀ ਨਿੱਜੀ ਮਰਜ਼ੀ ਹੋ ਸਕਦੀ ਹੈ। ਪਰ ਇਸ ਗੱਲ ਦਾ ਜ਼ਰੂਰ ਖਿਆਲ ਰੱਖਣਾ ਚਾਹੀਦਾ ਵੀ ਜੇਕਰ ਕਿਸਾਨ ਆਗੂਆਂ ਨੇ ਚੋਣਾਂ ਦੇ ਵਿੱਚ ਉਤਰਨਾ ਤਾਂ ਪਹਿਲਾਂ ਕਿਸਾਨ ਜਥੇਬੰਦੀਆਂ ਦੀ ਇਕਜੁੱਟਤਾ ਜ਼ਰੂਰੀ ਹੈ। ਮਾਲਵਾ ਖਿੱਤਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਖਿੱਤਾ ਜ਼ਿਲ੍ਹਿਆਂ ਦੇ ਪੱਖ ਤੋਂ, ਪਿੰਡਾਂ ਦੇ ਪੱਖ ਤੋਂ, ਤੇ ਮਾਲਵੇ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਸ਼ਾਲੀ ਜਥੇਬੰਦੀ ਜੋਗਿੰਦਰ ਸਿੰਘ ਉਗਰਾਹਾਂ ਦੀ, ਤੇ ਉਗਰਾਹਾਂ ਹੋਰੀ ਇਹ ਗੱਲ ਕਹਿ ਚੁੱਕੇ ਆ ਕਿ ਅਸੀਂ ਕਿਸੇ ਦੇ ਵੀ ਨਾਲ ਨਹੀਂ ਤੁਰਨਾ, ਸਿਆਸੀ ਤੌਰ ਦੇ ਉੱਤੇ ਅਸੀਂ ਕਿਸੇ ਦੇ ਨਾਲ ਵੀ ਨਹੀਂ। ਕੋਈ ਕਿਸਾਨ ਆਗੂ ਜੇਕਰ ਐਮਐਲਏ ਦੀ ਚੋਣ ਲੜਦਾ, ਕੋਈ ਸਰਕਾਰ ਬਣਾਉਣੀ ਚਾਹੁੰਦਾ, ਕੋਈ ਨਹੀਂ ਬਣਾਉਣੀ ਚਾਹੁੰਦਾ, ਸਾਡਾ ਇਹਦੇ ਨਾਲ ਕੋਈ ਤਲਕ ਨਹੀਂ। ਸੋ ਜਿੰਨੀ ਦੇਰ ਤੱਕ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਤੇ ਇਕਮਤ ਨਹੀਂ ਹੁੰਦੀਆਂ, ਉਨੀ ਦੇਰ ਤੱਕ ਪੰਜਾਬ ਦੇ ਵਿੱਚ ਚੋਣਾਂ ਲੜ ਕੇ ਚੋਣਾਂ ਜਿੱਤਣ ਦਾ ਸੁਪਨਾ ਸਾਕਾਰ ਹੋਣ ਦੀ ਆਸ ਨਹੀਂ।
ਨਹੀਂ ਤਾਂ ਇਹ ਹੋਊਗਾ ਕਿ ਇੱਕ ਕਿਸਾਨ ਆਗੂ ਇੱਧਰੋਂ ਖੜ ਗਿਆ, ਦੂਜਾ ਕਿਸਾਨ ਆਗੂ ਦੂਜੇ ਪਾਸਿਓਂ ਖੜ ਗਿਆ, ਆਪਸ ਦੇ ਵਿੱਚ ਭਿੜ ਕੇ ਅਸੀਂ ਇੱਕ ਦੂਜੇ ਦੇ ਖਿਲਾਫ ਗੱਲਾਂ ਕਰੀ ਜਾਈਏ, ਇਹਦੀ ਕੋਈ ਤੁਕ ਨਹੀਂ ਬਣਦੀ। ਪਹਿਲਾਂ ਸਾਰਿਆਂ ਨੂੰ ਬੈਠ ਕੇ ਮੀਟਿੰਗ ਕਰਕੇ ਇੱਕ ਦੂਜੇ ਨੂੰ ਭਰੋਸੇ ਦੇ ਵਿੱਚ ਲੈ ਕੇ ਵਾਅਦਾ ਕਰਕੇ ਪ੍ਰਣ ਕਰਕੇ ਪੰਜਾਬ ਦੇ ਲਈ, ਕਿਸਾਨ ਭਾਈਚਾਰੇ ਲਈ, ਮਜ਼ਦੂਰਾਂ ਦੇ ਲਈ, ਤੇ ਫਿਰ ਇਕੱਠੇ ਤੌਰ ਦੇ ਉੱਤੇ ਹਮਲਾ ਮਾਰਨਾ ਚਾਹੀਦਾ। ਨਹੀਂ ਤਾਂ ਇਕੱਲੇ ਕਹਿਰੇ ਤੌਰ ਦੇ ਉੱਤੇ ਕੁਝ ਨਹੀਂ ਬਣਨਾ ਵੀ 32 ਜਥੇਬੰਦੀਆਂ ਦੇ ਵਿੱਚੋਂ 20 ਜਥੇਬੰਦੀਆਂ ਕਹਿ ਕੇ ਆਪਾਂ ਚੋਣਾਂ ਦੇ ਵਿੱਚ ਉਮੀਦਵਾਰ ਖੜੇ ਕਰਦੇ ਹਾਂ ਤੇ ਬਾਕੀ ਜਿਹੜੀਆਂ 12 ਤੇ ਉਹ ਕਹਿਣ ਵੀ ਆਪਾਂ ਹਰਾਵਾਂਗੇ ਇਹਨਾਂ ਨੂੰ। ਫਿਰ ਇਸ ਤਰੀਕੇ ਦੀ ਗੱਲ ਆ ਜਿਹੜੀ ਉਹ ਬਾਕੀ ਰਾਜਨੀਤਿਕ ਲੋਕਾਂ ਦੇ ਸੁਪਨੇ ਸਾਕਾਰ ਕਰਨ ਵਾਲੀ ਆ। ਇਹਦੇ ਨਾਲ ਕਿਸਾਨ ਆਗੂਆਂ ਦਾ ਕੋਈ ਭਲਾ ਨਹੀਂ ਹੋਣ ਦੀ ਆਸ। ਫਿਰ ਇਹਦੇ ਲਈ ਜ਼ਰੂਰੀ ਆ ਕਿ ਪਹਿਲਾਂ ਇਕਜੁੱਟਤਾ ਹੋਵੇ ਤੇ ਫਿਰ ਕੋਈ ਅਗਲਾ ਫੈਸਲਾ ਕੀਤਾ ਜਾਵੇ। ਖਬਰਾਂ ਦੇ ਉੱਤੇ ਵਿਚਾਰ ਚਰਚਾ ਹੋਰ ਵੀ ਹੋ ਸਕਦੀ ਸੀ, ਪਰ ਜੋ ਵਕਤ ਦੀ ਘਾਟ ਹੈ ਇਹ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।